ਵਿਰੋਧੀ ਕਹਿ ਰਹੇ ਨੇ ਕਿ ਇਹ ਸਿਆਸੀ ਪੱਤਾ ਆ 2022 ਦੇ ਲਈ, ਕਿਸਾਨਾਂ ਨੂੰ ਕੋਈ ਲਾਹਾ ਨਹੀਂ ਆਉਣਾ ਇਹਦੇ। ਮੈਂ ਕਹਿੰਦਾ ਮੰਨ ਲਓ ਸਪੋਜ਼ 1% ਵੀ ਹਾਂ ਵੀ ਇਹ ਕਿਸਾਨਾਂ ਨੂੰ ਬਹੁਤ ਫਾਇਦੇ ਵਾਲਾ ਇਹ ਬਿੱਲ ਨਹੀਂ ਹੈਗਾ, ਉਹਨਾਂ ਨੂੰ ਕਿਸੇ ਨੇ ਰੋਕਿਆ ਸੀ? ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਜੇ ਸਾਨੂੰ ਪਹਿਲਾਂ ਦਿਖਾਇਆ ਹੁੰਦਾ ਤੇ ਇਹਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਆ ਅਸੀਂ ਉਹ ਕੱਢ ਕੇ ਲੋਕਾਂ ਗਾੜੀ ਰੱਖਦੇ। ਕਿਸਾਨ ਸੜਕਾਂ ਦੇ ਉੱਪਰ ਆ, ਕਿਸਾਨ ਨੇ ਤਾਂ 4 ਤਰੀਕ ਤੱਕ ਥੋੜੀ ਜਿਹੀ ਢਿੱਲ ਦਿੱਤੀ ਆ। ਦੇਖੋ ਕਨਫਰੰਟੇਸ਼ਨ ਤਾਂ ਹੋ ਗਈ ਆ, ਪਰ ਮੈਨੂੰ ਲੱਗਦਾ ਕਨਫਰੰਟੇਸ਼ਨ ਚੋਂ ਨਿਕਲਣਾ ਕੁਝ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਮੇਰੀ ਜੇਬ 'ਚ ਤਾਂ ਅਸਤੀਫਾ ਪਿਆ ਆ, ਕਿਤੇ ਨਾ ਕਿਤੇ ਫਿਰ ਇਹ ਤਾਂ ਨਹੀਂ ਹੋ ਜਾਊਗਾ ਕਿ ਸਾਰੇ 3 ਸਾਲਾਂ ਦੇ ਜਿਹੜੇ ਕੰਮਕਾਰ ਆ ਕਾਂਗਰਸ ਨੇ ਕੀਤੇ ਜਾਂ ਨਹੀਂ ਕੀਤੇ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਸਾਨ ਦਾ ਮੁੱਦਾ ਚੱਕ ਕੇ। 1 ਸਾਲ ਰਹਿ ਗਿਆ, ਹੁਣ ਜੇ ਅਸਤੀਫਾ ਦੇਣਾ ਵੀ ਪੈ ਗਿਆ, ਸਰਕਾਰ ਭੰਗ ਕਰਨੀ ਵੀ ਪੈ ਗਈ ਤੇ ਕੋਈ ਬਹੁਤੀ ਔਖੀ ਗੱਲ ਨਹੀਂ ਕਿ ਅਗਲੇ 5 ਸਾਲ ਫਿਰ ਭਰੇ ਤੇ ਧਰਾਏ ਪਏ। ਪਰਸਨਲ ਦੱਸਿਓ ਵੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਅਸਤੀਫਾ ਦੇ ਸਕਦੇ ਨੇ? ਨਹੀਂ। ਪੰਜਾਬ ਦੀ ਸਿਆਸਤ ਕਿਸਾਨੀ ਸੰਘਰਸ਼ ਦੇ ਆਲੇ ਦੁਆਲੇ ਘੁੰਮ ਰਹੀ ਹੈ। ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਬਣਾਏ ਗਏ ਅਤੇ ਉਸ ਦੇ ਉਲਟ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ 3 ਕਾਨੂੰਨ ਉਹਨਾਂ ਦੇ ਉਲਟ ਬਣਾ ਦਿੱਤੇ। ਪਰ ਇਹ ਚੀਜ਼ਾਂ ਹੁਣ ਮਾਹਿਰ ਅਤੇ ਵਿਰੋਧੀ ਤਰ੍ਹਾਂ ਇਹ ਕਹਿ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪੱਤਾ ਖੇਡਿਆ ਆ 2022 ਨੂੰ ਲੈ ਕੇ। ਪਰ ਵਾਕਈ ਇਹ ਸਿਆਸੀ ਪੱਤਾ ਹੋਵੇਗਾ ਕਿ ਜਾਂ ਫਿਰ ਕਿਸਾਨੀ ਦੇ ਹੱਕ ਦੇ ਵਿੱਚ? ਇਸ ਬਾਰੇ ਚਰਚਾ ਕਰਨ ਦੇ ਲਈ ਮੇਰੇ ਨਾਲ ਵਿਧਾਇਕ ਪ੍ਰਗਟ ਸਿੰਘ ਹੈਗੇ ਆ, ਗੱਲਬਾਤ ਕਰਦੇ ਆ। ਸਰ, ਵਿਰੋਧੀ ਕਹਿ ਰਹੇ ਨੇ ਕਿ ਇਹ ਸਿਆਸੀ ਪੱਤਾ ਆ 2022 ਦੇ ਲਈ, ਕਿਸਾਨਾਂ ਨੂੰ ਕੋਈ ਲਾਹਾ ਨਹੀਂ ਆਉਣਾ ਇਹਦੇ ਨਾਲ। ਨਹੀਂ, ਉੱਥੇ ਬੜੀਆਂ ਖੁੱਲ੍ਹ ਕੇ ਗੱਲਾਂ ਹੋਈਆਂ ਵਿਧਾਨ ਸਭਾ ਦੇ ਵਿੱਚ। ਉੱਥੇ ਪਾਰਟੀਆਂ ਦੇ ਮੁਤਾਬਕ ਉਹਨਾਂ ਨੂੰ ਟਾਈਮ ਵੀ ਅਲਾਟ ਕੀਤਾ ਗਿਆ ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਕਹਿਣੀਆਂ ਚਾਹੀਦੀਆਂ ਸੀ ਵਿਧਾਨ ਸਭਾ ਦੇ ਵਿੱਚ ਕਾਹਤੇ ਨਹੀਂ ਕਹੀਆਂ? ਉਹਨਾਂ ਨੂੰ ਕੌਣ ਰੋਕਦਾ ਸੀਗਾ? ਮੈਂ ਕਹਿੰਦਾ ਮੰਨ ਲਓ ਸਪੋਜ਼ 1% ਵੀ ਹਾਂ ਵੀ ਇਹ ਕਿਸਾਨਾਂ ਨੂੰ ਬਹੁਤ ਫਾਇਦੇ ਵਾਲਾ ਇਹ ਬਿੱਲ ਨਹੀਂ ਹੈਗਾ, ਉਹਨਾਂ ਨੂੰ ਕਿਸੇ ਨੇ ਰੋਕਿਆ ਸੀ? ਉਹਨਾਂ ਨੇ ਜਦੋਂ ਯੂਨੈਨੀਮਸ ਹੋਵੇ ਤਾਂ ਤੁਸੀਂ ਉਹਦਾ ਮਹਿਨਾ ਆਪਣੇ ਆਪ ਕੱਢ ਸਕਦੇ ਆ ਵੀ ਸਾਰੀਆਂ ਧਿਰਾਂ ਨੇ ਸਹਿਮਤੀ ਦਿੱਤੀ ਆ ਸਿਵਾਏ 2 MLA ਜਿਹੜੇ ਉਹਦੇ ਚੋਂ ਐਬਸੈਂਟ ਸੀਗੇ। ਤੇ ਫਿਰ ਬਾਹਰ ਆਣ ਕੇ ਇਹ ਕਹਿ ਦੇਣਾ ਕਿ ਇਹ ਸਿਆਸਤੀ ਪੱਤਾ ਹੈਗਾ ਔਰ ਇਦੋਂ ਵੱਧ ਜੇ ਕੋਈ ਗੱਲ ਹੋ ਸਕਦੀ ਹੈ ਤਾਂ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਬਈ ਆਹ ਕਾਨੂੰਨ ਤੁਸੀਂ ਠੀਕ ਬਣਾਇਆ ਹੈਗਾ, ਪਰ ਇਹਦੇ ਵਿੱਚ ਆਹ ਵੀ ਪਾਉਣਾ ਚਾਹੀਦਾ ਜਾਂ ਇਹਦੇ ਵਿੱਚ ਆਹ ਵੀ ਐਡ ਕਰਨਾ ਚਾਹੀਦਾ ਸੀ। ਕੋਈ ਰੋਕਦਾ ਤਾਂ ਨਹੀਂ ਸੀਗਾ। ਜਦੋਂ ਇਹੋ ਜਿਹਾ ਮਾਹੌਲ ਸੀਗਾ ਤਾਂ ਫਿਰ ਬਾਹਰ ਆਣ ਕੇ ਇਦਾਂ ਦੀਆਂ ਗੱਲਾਂ ਕਰਨੀਆਂ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲੇ ਜ਼ਿਆਦਾ ਰੌਲਾ ਪਾ ਰਹੇ ਆ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਕਿ ਉਦੋਂ ਅਸੀਂ ਇਕੱਠੇ ਜਾ ਕੇ ਰਾਜਪਾਲ ਨੂੰ ਇਹ ਸੌਂਪ ਕੇ ਆਏ ਆ, ਤਾਂ ਉਦੋਂ ਕਿਉਂ ਨਹੀਂ ਚਰਚਾ ਹੋਈ? ਉਸ ਤੋਂ ਬਾਅਦ ਫਿਰ ਕਈ ਗੱਲਾਂ ਨਿਕਲ ਕੇ ਆਈਆਂ। ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਜੇ ਸਾਨੂੰ ਪਹਿਲਾਂ ਦਿਖਾਇਆ ਹੁੰਦਾ ਤੇ ਇਹਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਆ ਅਸੀਂ ਉਹ ਕੱਢ ਕੇ ਲੋਕਾਂ ਗਾੜੀ ਰੱਖਦੇ। ਨਹੀਂ, ਦੇਖੋ ਇਹ ਤਾਂ ਗੱਲ ਠੀਕ ਹੈਗੀ ਆ ਵੀ ਉਦਣ ਹੀ ਬਿੱਲ ਜਿਹੜਾ ਲਿਆਂਦਾ ਗਿਆ, ਬਟ ਐਟ ਦਾ ਸੇਮ ਟਾਈਮ ਦੇਖੋ ਇਹਦੇ ਵਿੱਚ ਵੀ ਬੜੇ ਕਾਨੂੰਨੀ ਮਾਹਰਾਂ ਦੀ, ਕਿਉਂਕਿ ਦੇਖੋ ਜਿਹੜੇ ਲੀਗਲ ਬੰਦੇ ਡੀਲ ਕਰਦੇ ਹੈਗੇ, ਜਿਹੜੇ ਕਨਸਟੀਟਿਊਸ਼ਨ ਨੂੰ ਡੀਲ ਕਰਦੇ ਹੈਗੇ ਆ, ਜਿਹੜੇ ਇੰਟਰਨੈਸ਼ਨਲ ਲਾਅ ਨੂੰ ਡੀਲ ਕਰਦੇ ਹੈਗੇ, ਉਹ ਸਾਰਿਆਂ ਦੀ ਸਲਾਹ ਲੈ ਕੇ ਹੀ ਜਿਹੜੀ ਇਹਦੀ ਡਰਾਫਟਿੰਗ ਹੋਈ ਆ। ਔਰ ਜਿਹੜੇ ਵੀ ਇਹਨਾਂ ਦੇ ਵਿਧਾਇਕ ਹੈ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਹਾਂ ਵੀ ਜੇ ਤੁਸੀਂ ਪੜ੍ਹਨਾ ਤੇ ਇਹਨੂੰ ਥੋੜਾ ਚਿਰ ਪੜ੍ਹ ਲਓ ਵੀ ਤਾਂ ਕਿ ਜਿਹੜੀ ਇਹ ਧਿਰ ਹੈਗੀ ਆ ਇਹ ਪਹਿਲਾਂ ਬੋਲ ਲਵੇ, ਤੁਹਾਨੂੰ ਜਿੰਨਾ ਤੁਹਾਡਾ ਸਮਾਂ ਆ ਉਹ ਜਿਹਨੇ ਵੀ ਬੋਲਣਾ ਬੋਲ ਲਵੇ। ਇੱਕ ਇਹਨਾਂ ਦੇ ਇੱਕ MLA ਨੇ ਤੇ ਇੱਥੋਂ ਤੱਕ ਵੀ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਦੋਂ ਇੱਥੇ ਦਰਸ਼ਨ ਕੀਤੇ ਤੇ ਫਿਰ ਉਦੋਂ ਏਡਾਂ ਦੀ ਕੀ ਗੱਲ ਹੋ ਗਈ ਸੀ ਵੀ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ ਕਹੀ? ਪਾਰਟੀ ਆਮ ਪਾਰਟੀ ਦੇ ਇੱਕ MLA ਨੇ ਗੱਲ ਕਹੀ ਤੇ ਫਿਰ ਹੁਣ ਬਾਹਰ ਆਣ ਕੇ ਫਿਰ ਉਹਨਾਂ MLA ਨੂੰ ਇਹ ਸਮਝਾ ਕੇ ਭੇਜਿਆ ਕਰਨ ਵੀ ਉੱਥੇ ਕੀ ਗੱਲ ਕਰਨੀ ਕੀ ਗੱਲ ਨਹੀਂ ਕਰਨੀ। ਅੱਛਾ, ਤੁਹਾਨੂੰ ਪਰਸਨਲੀ ਕੀ ਲੱਗਦਾ ਇਸ ਬਿੱਲ ਨੂੰ? ਤੁਸੀਂ ਵੀ ਸਟੱਡੀ ਕੀਤਾ ਹੋਊਗਾ, ਉਦੋਂ ਤੁਸੀਂ ਵੀ ਉੱਥੇ ਬੈਠੇ ਸੀ, ਚਰਚਾ ਹੋਈ ਹੈ। ਇਸ ਬਿੱਲ ਦੇ ਵਿੱਚ ਕਮੀਆਂ ਕੀ ਨੇ ਤੇ ਫਾਇਦੇ ਕੀ ਨੇ ਕਿਸਾਨਾਂ ਦੇ? ਨਹੀਂ, ਦੇਖੋ ਇਹਦੇ ਵਿੱਚ ਬੇਸਿਕਲੀ ਤਾਂ ਦੇਖੋ ਜਦੋਂ ਇੱਕ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਲਿਆ, ਚਾਹੇ ਉਹ ਗਲਤ ਆ ਚਾਹੇ ਉਹ ਠੀਕ ਆ, ਪਹਿਲੀ ਗੱਲ ਤਾਂ ਜਿਹੜਾ ਐਗਰੀਕਲਚਰ ਆ ਉਹ ਸਟੇਟ ਸਬਜੈਕਟ ਆ। ਐਗਰੀਕਲਚਰ ਜਿਹੜਾ ਕੰਕਰੈਂਟ ਲਿਸਟ ਦੇ ਵਿੱਚ ਨਹੀਂ ਹੈਗਾ, ਲੇਕਿਨ ਇਹਨਾਂ ਨੇ ਉਹਨੂੰ ਬਿਜ਼ਨਸ ਐਂਡ ਕਮਰਸ ਦੇ ਵਿੱਚ ਆੜ ਕੇ ਤੇ ਉਹਨੂੰ ਉਹਦੇ ਵਿੱਚ ਪਾਸ ਕੀਤਾ, ਜਿਹੜਾ ਕਿ ਟੋਟਲੀ ਇਲੀਗਲ ਹੈਗਾ, ਉਹ ਨਹੀਂ ਹੋਣਾ ਚਾਹੀਦਾ। ਬਟ ਹੁਣ ਉਹ ਸਭ ਤੋਂ ਵੱਡੀ ਸਾਡੀ ਕਾਨੂੰਨੀ ਸਿਸਟਮ ਦਾ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦਾ ਇੱਕ ਉੱਥੇ ਸਮੂਹ ਹੈਗਾ, ਲੇਕਿਨ ਉਹਨੂੰ ਹੁਣ ਸਾਡੀ ਇਹ ਨਲੀਫਾਈ ਨਹੀਂ ਕਰ ਸਕਦੀ, ਇਹਦੇ 'ਚ ਕੋਈ ਦੁਰਾਮਾ ਨਹੀਂ, ਇਹ ਸਭ ਨੂੰ ਪਤਾ ਆ। ਲੇਕਿਨ ਇੱਕ ਉਹਦਾ ਆਧਾਰ ਬਣ ਸਕਦਾ ਵੀ ਤਾਂ ਕਿ ਕੱਲ੍ਹ ਨੂੰ ਜਦੋਂ ਕੋਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਸੁਪਰੀਮ ਕੋਰਟ ਵੀ ਬੈਠੀ ਆ,
ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਹਮੇਸ਼ਾ ਹੀ ਜਿਹੜੀਆਂ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ। ਪ੍ਰੈਕਟੀਕਲ ਸਰ ਸੋਚੀਏ ਤਾਂ ਇਹਦੇ ਵਿੱਚ ਰਾਜ ਸਭਾ ਦੇ ਸਾਈਨ ਹੋਣੇ ਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣੇ ਆ, ਤੇ ਰਾਸ਼ਟਰਪਤੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਚਰਚਾ ਹੁੰਦੀ ਹੈ ਕਿ ਕੇਂਦਰ ਸਰਕਾਰ ਦੇ ਹੀ ਜੋ ਉਹਨਾਂ ਕਹਿਣਾ ਉਸੇ ਤਰੀਕੇ ਨਾਲ ਹੋਊਗਾ, ਤੇ ਅਸੀਂ ਕੇਂਦਰ ਦੇ ਖਿਲਾਫ ਹੀ ਉਹ ਬਿੱਲ ਬਣਾ ਰਹੇ ਹਾਂ, ਕਾਨੂੰਨ ਬਣਾ ਰਹੇ ਹਾਂ। ਤੁਹਾਨੂੰ ਲੱਗਦਾ ਕਿ ਉਹ ਵਾਕਈ ਹੋ ਜਾਊਗਾ ਕਿ ਜਾਂ ਹਵਾ 'ਚ ਤੀਰ ਨੇ ਇਹ? ਨਹੀਂ, ਹਵਾ 'ਚ ਤੀਰ ਦੀ ਗੱਲ ਨਹੀਂ ਹੈ, ਪਰ ਹੋਰ ਸਾਡੇ ਕੋਲ ਚਾਰਾਜੋਈ ਵੀ ਕੋਈ ਨਹੀਂ ਹੈ। ਦੇਖੋ ਅਲਟੀਮੇਟਲੀ ਉਹਨੂੰ ਕੁਝ ਬੇਸ ਤਾਂ ਦੇਖੋ ਕਿਸਾਨ ਜਥੇਬੰਦੀਆਂ ਨੇ ਜੋ ਕਿਹਾ, ਉਹਨਾਂ ਦੇ ਵੀ ਕੋਈ 2-4 ਵਕੀਲ ਸੀਗੇ। ਜੋ ਸਰਕਾਰ ਦਾ ਸਿਸਟਮ ਆ, ਜੋ ਸਾਨੂੰ ਗੱਲ ਸਮਝ ਆਉਂਦੀ ਸੀ ਅਸੀਂ ਵੀ ਉਹ ਗੱਲ ਕਹੀ, ਲੇਕਿਨ ਉਹਦੇ ਤੋਂ ਇਲਾਵਾ ਵੀ ਜੇ ਕੋਈ ਗੱਲ ਹੋ ਸਕਦੀ ਆ ਤਾਂ ਮੈਨੂੰ ਲੱਗਦਾ ਕਰ ਲੈਣੀ ਚਾਹੀਦੀ ਆ। ਮੰਨ ਲਓ ਕਾਨੂੰਨ ਬਣਦੇ ਆ ਨਾ, ਤੇ ਕੱਲ ਨੂੰ ਹੋਰ ਕੋਈ ਅਮੈਂਡਮੈਂਟ ਦੀ ਜ਼ਰੂਰਤ ਹੈਗੀ ਆ, ਕੋਈ ਹੋਰ ਲੱਗਦਾ ਹੈਗਾ ਵੀ ਯਾਰ ਇਸ ਮੁੱਦੇ ਤੇ ਵੀ ਸਾਨੂੰ ਕਹਿ ਲੈਣਾ ਚਾਹੀਦਾ, ਜਿਹਦੇ ਨਾਲ ਕਿਸਾਨ ਦਾ ਭਲਾ ਹੁੰਦਾ ਹੋਵੇ, ਸਾਨੂੰ ਉਹ ਗੱਲ ਕਰ ਲੈਣੀ ਚਾਹੀਦੀ। ਪ੍ਰਧਾਨ ਮੰਤਰੀ ਹੁਣੇ ਕਹਿੰਦੇ ਆ ਕਿ ਇਹ ਤਾਂ ਜੋ ਬਣ ਗਿਆ ਇਹ ਇਦਾਂ ਹੀ ਰਹਿਣਾ, ਨਾ ਇਹ 'ਚ ਸੋਧ ਹੋਣੀ ਆ, ਨਾ ਇਹਦੇ 'ਚ ਬਦਲਾਅ ਹੋਣਾ ਕੋਈ। ਤੇ ਕਿਵੇਂ ਫਿਰ ਆਪਾਂ ਕਾਂਗਰਸ ਪਾਰਟੀ ਕਿਵੇਂ ਇਸ ਤੇ ਸਟੈਂਡ ਕਰਦੀ, ਕਿਉਂਕਿ ਕਿਸਾਨ ਸੜਕਾਂ ਦੇ ਉੱਪਰ ਆ, ਕਿਸਾਨ ਨੇ ਤਾਂ 4 ਤਰੀਕ ਤੱਕ ਥੋੜੀ ਜਿਹੀ ਢਿੱਲ ਦਿੱਤੀ ਆ। ਦੇਖੋ ਕਨਫਰੰਟੇਸ਼ਨ ਤਾਂ ਹੋ ਗਈ ਆ, ਪਰ ਮੈਨੂੰ ਲੱਗਦਾ ਕਨਫਰੰਟੇਸ਼ਨ ਚੋਂ ਨਿਕਲਣਾ ਕੁਛ ਨਹੀਂ ਹੈ। ਕਨਫਰੰਟੇਸ਼ਨ ਹੋਣੀ ਨਹੀਂ ਚਾਹੀਦੀ, ਇਹ ਨਾ ਸੂਬੇ ਲਈ ਚੰਗੀ ਆ ਤੇ ਨਾ ਦੇਸ਼ ਲਈ ਚੰਗੀ ਆ। ਤੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਪ੍ਰੇਰਿਤ ਲੱਗਦਾ ਸਭ ਕੁਝ ਇਹ। ਮੈਨੂੰ ਤਾਂ ਲੱਗਦਾ ਜੋ ਬੀਜੇਪੀ ਪੋਲਰਾਈਜੇਸ਼ਨ ਕਰਦੀ ਆ, ਇੱਥੇ ਵੀ ਇਹ ਪੋਲਰਾਈਜੇਸ਼ਨ ਵਾਲਾ ਐਂਗਲ ਹੀ ਜਿਹੜਾ ਕਿਤੇ ਨਾ ਕਿਤੇ ਦਿੱਤਾ ਹੋ ਜੂਗੇ। ਇਹ ਤਾਂ ਪੰਜਾਬ ਹੈ, ਪੰਜਾਬ ਦੀ ਸਿਆਸਤ ਵੀ ਵੱਖਰੀ ਹੈ ਤੇ ਪੰਜਾਬ ਦੀ ਸੋਚ ਵੀ ਵੱਖਰੀ ਦੇਸ਼ ਨਾਲ। ਪੰਜਾਬ ਦੀ ਸਿਆਸਤ, ਪਰ ਕਈ ਵਾਰੀ ਉੱਥੇ ਦਿੱਲੀ 'ਚ ਜਿਹੜੇ ਬਹੁਤੇ ਇਦਾਂ ਦੇ ਸੋਚਣ ਵਾਲੇ ਹੁੰਦੇ ਆ ਤੇ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਪ੍ਰੋਜੈਕਸ਼ਨ ਜਿਹੜੀਆਂ ਦਿੰਦੇ ਹੈਗੇ ਆ। ਕਿਉਂਕਿ ਕੱਲ ਬੀਜੇਪੀ ਦਾ ਦਲਿਤਾਂ ਵਾਲਾ ਜਿਹੜਾ ਐਂਗਲ ਹੈਗਾ, ਅੱਜ ਤੱਕ ਤਾਂ ਬੀਜੇਪੀ ਨੇ ਇਦਾਂ ਦਾ ਕੁਝ ਕੀਤਾ ਨਹੀਂ। ਬੀਜੇਪੀ ਦਾ ਨਜ਼ਰੀਆ ਹੀ ਜਿਹੜਾ ਆ ਉਹ ਦਲਿਤ ਵਿਰੋਧੀ ਹੈਗਾ। ਉਹ ਕਹਿੰਦੇ ਤੁਹਾਡੀ ਸਰਕਾਰ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰਨ ਲੱਗੇ ਸੀ, ਤੁਸੀਂ ਨਹੀਂ ਸਕਾਲਰਸ਼ਿਪ 3 ਸਾਲਾਂ ਤੋਂ ਦੇ ਰਹੇ ਪਿਛਲੇ। ਕੌਣ ਨਹੀਂ ਦੇ ਰਿਹਾ? ਬੇਸਿਕਲੀ ਦੇ ਤਾਂ ਗਵਰਨਮੈਂਟ ਆਫ ਇੰਡੀਆ ਨਹੀਂ ਰਹੀ। ਮੈਂ ਨਹੀਂ ਕਹਿੰਦਾ ਵੀ ਉਹਦੇ ਵਿੱਚ ਸਾਡਾ ਕੋਈ ਕਸੂਰ ਹੋਣਾ ਮਾੜਾ ਮੋਟਾ, ਮੈਂ ਨਹੀਂ ਕਹਿੰਦਾ ਵੀ ਨਹੀਂ, ਮੈਨੂੰ ਨਹੀਂ ਕੋਈ ਇਹਦਾ, ਕਿਉਂਕਿ ਜੇ ਕਹਾਂ ਵੀ ਮੈਨੂੰ ਬਹੁਤ ਜ਼ਿਆਦਾ ਇਸ ਮਿਨਿਸਟਰੀ ਦਾ ਵਿਚੋਲਿਓ ਤੁਹਾਡਾ ਵੀ ਕਸੂਰ ਉਹਨਾਂ ਹੀ ਬਰਾਬਰ ਦਾ ਬਣਦਾ। ਤੁਸੀਂ ਤਾਂ ਲੈ ਕੇ ਆਉਣੀ ਹੈ ਸਕਾਲਰਸ਼ਿਪ, ਤੁਸੀਂ ਲੈ ਕੇ ਆਉਣੀ ਤਾਂ ਤੁਸੀਂ ਸਟੇਟ ਦੇ ਲੋਕਾਂ ਨੂੰ ਦੇਣੀ। ਜਾਂ ਤਾਂ ਵਿਦਿਆਰਥੀਆਂ ਨੂੰ ਕਹਿ ਦਿਓ ਇਹਨਾਂ ਨੂੰ ਸਰਟੀਫਿਕੇਟ ਦਿਓ, ਇਹਨਾਂ ਨੂੰ ਪੜ੍ਹਾਓ, ਫਿਰ ਉੱਥੇ ਪੜ੍ਹਾਇਆ ਵੀ ਨਹੀਂ ਜਾ ਰਿਹਾ। ਮੈਂ ਤਾਂ ਇਹ ਕਹਿਣ ਡਿਆ ਕਿ ਸਾਡੀ ਵੀ ਥੋੜੀ ਬਹੁਤੀ ਜ਼ਿੰਮੇਵਾਰੀ, ਮੈਂ ਨਹੀਂ ਕਹਿੰਦਾ ਵੀ ਉਹਦੇ ਤੋਂ ਮੁਨਕਰ ਨਹੀਂ ਹੁੰਦਾ, ਬਟ ਐਟ ਦਾ ਸੇਮ ਟਾਈਮ ਮੇਨਲੀ ਤਾਂ ਗਵਰਨਮੈਂਟ ਆਫ ਇੰਡੀਆ ਜਿਹੜਾ ਆ ਉਹ ਸਕਾਲਰਸ਼ਿਪ ਦੇ ਪੈਸੇ ਨਹੀਂ ਦੇ ਰਹੀ। ਮੇਨਲੀ ਜਿਹੜਾ ਪ੍ਰਾਇਮਰੀਲੀ ਉਹਦੇ ਵਿੱਚ ਹੋ ਸਕਦਾ ਸਾਡੀ ਸਰਕਾਰ ਨੇ ਵੀ ਕਿਤੇ ਮਾੜੀ ਮੋਟੀ ਗਲਤੀ ਕੀਤੀ ਹੋਵੇ। ਅੱਛਾ, ਤੁਸੀਂ ਮਾੜੀ ਜੀ ਗੱਲ ਦੇ ਵਿੱਚ ਤੁਹਾਡੇ ਝਲਕ ਪਈ ਸੀ ਕਿ ਕੀ ਕਿਸਾਨ ਤੇ ਦਲਿਤ ਪਤਾ ਖੇਡਣ ਚਾਹੁੰਦੀ ਸੀ ਬੀਜੇਪੀ? ਨਹੀਂ, ਦੇਖੋ ਜਿੱਦਾਂ ਦੀ ਇਹ ਗੱਲ ਮੈਨੂੰ ਸਮਝ ਲੱਗਦੀ ਹੈਗੀ ਆ, ਕਿਉਂਕਿ ਅੱਜ ਤੱਕ ਤਾਂ ਇਹ ਕਦੀ ਇਦਾਂ ਦੀ ਗੱਲ ਹੋ ਨਹੀਂ ਰਹੀ। ਤੇ ਕੱਲ ਹੀ ਇਹਨਾਂ ਨੇ ਜਿਹੜਾ ਇੱਥੋਂ ਮਾਰਚ ਰੱਖਿਆ ਸੀਗਾ, ਤੇ ਮੈਨੂੰ ਕਿਉਂਕਿ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਜਾਂ ਇਹ ਵੀ ਹੋ ਸਕਦਾ ਵੀ ਇਹ ਇੱਥੇ ਲੌਲੈਸਨੈਸ ਕ੍ਰੀਏਟ ਕਰਕੇ ਤਾਂ ਕੋਈ ਜਿਹੜਾ ਹੈਗਾ ਆ ਗਵਰਨਰ ਰੂਲ ਜਿਹੜਾ ਇੱਥੇ ਲਾਉਣਾ ਚਾਹੁੰਦੇ ਹੋ। ਅੱਛਾ, ਹਰ ਇੱਕ ਲੀਡਰ ਦੇ ਤੇ ਹਰ ਇੱਕ ਮਾਹਿਰ ਦੇ ਮੂੰਹ ਦੇ ਵਿੱਚ ਨਾ ਗਵਰਨਰ ਰਾਜ, ਰਾਸ਼ਟਰਪਤੀ ਸ਼ਾਸਨ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ। ਤੁਸੀਂ 75 ਵਾਲਾ ਸਮਾਂ ਵੇਖਿਆ ਹੋਊਗਾ, ਤਾਂ ਕੀ ਲੱਗਦਾ ਵਾਕਈ ਤੁਹਾਡੀ ਤਾਂ ਸਰਕਾਰ ਆ, ਤੁਹਾਡੀ ਜ਼ਿੰਮੇਵਾਰੀ ਪੂਰੀ ਬਣਦੀ ਹੈ, ਵਾਕਈ ਲੱਗਦਾ ਵਾ ਦਿਲ ਤੇ ਹੱਥ ਰੱਖ ਕੇ ਸੱਚ ਦੱਸਿਓ ਕਿ ਵਾਕਈ ਗਵਰਨਰ ਰਾਜ ਲੱਗ ਜਾਊਗਾ? ਨਹੀਂ, ਦੇਖੋ ਜਿਹੜੀ ਮੋਦੀ ਸਰਕਾਰ ਹੈ ਨਾ, ਉਹ ਕੁਛ ਵੀ ਕਰ ਸਕਦੀ ਹੈ। ਕਿਉਂਕਿ ਜਿਹੜਾ ਬੰਦਾ ਅੱਧੀ ਰਾਤ ਨੂੰ ਇਹ ਅਨਾਉਂਸ ਕਰ ਸਕਦਾ ਵੀ ਅੱਜ ਤੋਂ ਬਾਅਦ ਹੁਣ ਕੋਈ ਗੱਡੀ ਨਹੀਂ ਚੱਲੂਗੀ, ਲਾਕਡਾਊਨ ਟੋਟਲ ਹੋਊਗਾ, ਜਦੋਂ ਕਿ 15 ਤੋਂ 20 ਕਰੋੜ ਬੰਦਾ ਹਮੇਸ਼ਾ ਹਿੰਦੁਸਤਾਨ ਦੇ ਵਿੱਚ ਮੂਵਮੈਂਟ 'ਚ ਰਹਿੰਦਾ ਹੈਗਾ, 8 ਵਜੇ ਅਨਾਉਂਸ ਕਰ ਦਿੰਦਾ ਵੀ ਡੀਮੋਨੇਟਾਈਜੇਸ਼ਨ ਹੋ ਗਈ, ਸਾਰਾ ਕੁਝ ਬੰਦ, 126 ਬੰਦੇ ਮਰ ਗਏ, GST ਹੋ ਗਈ। ਸੋ ਇਹ ਜਿਹੜੇ ਫੈਸਲੇ ਹੈਗੇ ਆ, ਕਿਉਂਕਿ ਇਹੋ ਜਿਹੇ ਫੈਸਲੇ ਤਾਂ ਮੋਦੀ ਸਰਕਾਰ ਲੈ ਰਹੀ ਆ ਔਰ ਇਹਨਾਂ 'ਚ ਲੈਣ ਦੀ ਕੈਪੈਸਿਟੀ ਹੈਗੀ ਆ। ਉਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜੇ ਸਟੇਟ ਗਵਰਨਮੈਂਟ ਤੋਂ ਨਹੀਂ ਸੰਭਲ ਰਿਹਾ, ਤੇ ਰਾਸ਼ਟਰਪਤੀ ਸ਼ਾਸਨ ਤਾਂ ਫੇਰ ਲੱਗਦਾ ਹੈ ਨਾ। ਤੁਹਾਨੂੰ ਲੱਗਦਾ ਕਿ ਇਦਾਂ ਚੱਲਦੇ ਫਿਰਦੇ ਵੀ ਲੱਗ ਜਾਊਗਾ? ਨਹੀਂ, ਕੋਈ ਦੇਖੋ ਮਾਨਸਿਕਤਾ ਨੂੰ ਕੀ ਕਿਹਾ ਜਾ ਸਕਦਾ। ਇਹੋ ਜੀ ਮਾਨਸਿਕਤਾ ਜਿਹੜੀ ਹੈਗੀ ਆ ਉਹਨੂੰ ਮੈਂ ਡਿਨਾਈ ਤਾਂ ਨਹੀਂ ਕਰ ਸਕਦਾ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਮੇਰੀ ਜੇਬ 'ਚ ਤਾਂ ਅਸਤੀਫਾ ਪਿਆ ਆ, ਕਿਤੇ ਨਾ ਕਿਤੇ ਫਿਰ ਇਹ ਤਾਂ ਨਹੀਂ ਹੋ ਜਾਊਗਾ ਕਿ ਸਾਰੇ 3 ਸਾਲਾਂ ਦੇ ਜਿਹੜੇ ਕੰਮਕਾਰ ਆ ਕਾਂਗਰਸ ਨੇ ਕੀਤੇ ਜਾਂ ਨਹੀਂ ਕੀਤੇ, ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਸਾਨ ਦਾ ਮੁੱਦਾ ਚੱਕ ਕੇ? ਨਹੀਂ, ਦੇਖੋ ਲੋਕੀ ਅੱਜ ਕੱਲ ਮਨਦੀਪ ਬਹੁਤ ਸਿਆਣੇ ਆ, ਇਹ ਵੀ ਇਸ਼ੂ ਹੈਗਾ, ਲੇਕਿਨ ਲੋਕੀ ਉਹ ਵੀ ਭੁੱਲਦੇ ਨਹੀਂ ਹੈ। ਜਦੋਂ ਇਲੈਕਸ਼ਨਾਂ ਆਉਂਦੀਆਂ ਨਾ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਐਕਚੁਅਲੀ ਕੋਈ ਪੋਲੀਟੀਸ਼ੀਅਨ ਭੁਲਾਉਣ ਦੀ ਕੋਸ਼ਿਸ਼ ਕਰ ਲਵੇ ਤਾਂ ਅਲੱਗ ਗੱਲ ਆ, ਪਰ ਲੋਕਾਂ ਨੂੰ ਅੱਜ ਦੀ ਤਰੀਕ 'ਚ ਹਰ ਚੀਜ਼ ਪਤਾ ਆ, ਕਿਉਂਕਿ ਸੋਸ਼ਲ ਮੀਡੀਆ ਹੋਇਆ, ਆਪਣਾ ਮੀਡੀਆ ਹੋਇਆ। ਕਿਉਂਕਿ ਅੱਜ ਦੀ ਤਰੀਕ 'ਚ ਜਿਹੜੀ ਮੈਂ ਹੀ ਕੋਈ ਪੁਰਾਣੀ ਗੱਲ ਕਹੀ ਹੋਈ
ਤੁਸੀਂ ਉਹੀ ਇਹਦੇ ਬਰਾਬਰ ਖੜ ਕੇ ਚਲਾ ਦੇਣੀ ਆ, ਕਿਉਂਕਿ ਤੂੰ ਪੁਰਾਣੀ ਕਟਿੰਗ ਕੱਢਣੀ ਆ, ਨਾਲ ਲਾ ਦੇਣੀ ਵੀ ਪਹਿਲਾਂ ਤਾਂ ਤੂੰ ਆਹ ਕਹਿੰਦਾ ਹੁੰਦਾ ਸੀ ਤੇ ਹੁਣ ਆਹ ਕਹਿੰਦਾ। ਸੋ ਇਸ ਕਰਕੇ ਇਹ ਲੁਕੀਆਂ ਚੀਪੀਆਂ ਚੀਜ਼ਾਂ ਨਹੀਂ ਹੈ। ਕਹਿੰਦੇ 1 ਸਾਲ ਰਹਿ ਗਿਆ, ਹੁਣ ਜੇ ਅਸਤੀਫਾ ਦੇਣਾ ਵੀ ਪੈ ਗਿਆ, ਸਰਕਾਰ ਭੰਗ ਕਰਨੀ ਵੀ ਪੈ ਗਈ, ਤੇ ਕੋਈ ਬਹੁਤੀ ਔਖੀ ਗੱਲ ਨਹੀਂ ਕਿ ਅਗਲੇ 5 ਸਾਲ ਫਿਰ ਭਰੇ ਦੇ ਧਰਾਏ ਪਏ। ਨਹੀਂ ਦੇਖੋ, ਲੋਕੀ ਸਿਆਣੇ ਆ, ਮੈਂ ਤਾਂ ਫਿਰ ਇਹੀ ਗੱਲ ਕਹਿੰਦਾ, ਲੋਕੀ ਹਰ ਚੀਜ਼ ਨੂੰ ਘੋਖਦੇ ਆ, ਨਾਪਦੇ ਆ, ਤੇ ਉਹਦੇ ਵਿੱਚ ਬੈਸਟ ਐਬਿਲਿਟੀ ਦੇ ਮੁਤਾਬਕ ਜੋ ਬੈਸਟ ਰਿਜ਼ਲਟ ਦੇਣੇ ਹੁੰਦੇ ਉਹ ਦਿੰਦੇ ਆ। ਤੁਸੀਂ ਤਾਂ ਪਰਸਨਲ ਦੱਸਿਓ ਵੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਅਸਤੀਫਾ ਦੇ ਸਕਦੇ ਨੇ? ਨਹੀਂ, ਜੇ ਜ਼ਰੂਰਤ ਪਈ ਤਾਂ ਡੈਫੀਨੇਟਲੀ ਦੇ ਸਕਦੇ ਆ। ਤੁਹਾਡੀ ਜੇਬ 'ਚ ਅਸਤੀਫਾ ਪਿਆ ਹੈ ਕਿ ਜਿੱਦਾਂ ਕੈਪਟਨ ਸਾਹਿਬ ਦੀ 'ਚ ਪਿਆ? ਕੋਈ ਕਿਸਾਨੀ ਲਈ ਆਪਾਂ ਨੂੰ ਜੋ ਵੀ ਕਰਨਾ ਪਿਆ, ਦੇਖੋ ਮੈਂ ਕੋਈ ਉਹਦੇ 'ਚ ਇਹ ਨਹੀਂ ਕਹਿੰਦਾ ਕਿ ਮੈਨੂੰ ਬੈਸਟ ਨੌਲੇਜ ਹੈਗੀ ਆ, ਪਰ ਕਿਸਾਨੀ ਲਈ ਜੋ ਵੀ ਕਰਨਾ ਪਿਆ ਉਹ ਡੈਫੀਨੇਟਲੀ ਆਪਾਂ ਕਰਨ ਨੂੰ ਤਿਆਰ ਹਾਂ। ਹੁਣ ਜਿਹੜਾ ਬਿੱਲ ਪਾਸ ਕੀਤਾ ਆ, ਪ੍ਰੈਕਟੀਕਲ ਦੱਸੋ ਕਿ ਇਹਨੂੰ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਾਂਗੇ ਆਪਾਂ, ਕਿਉਂਕਿ ਸਾਈਨ ਬਹੁਤ ਘੱਟ ਚਾਂਸ ਲੱਗਦੇ ਆ ਕਿ ਰਾਸ਼ਟਰਪਤੀ ਸਾਈਨ ਕਰਨਗੇ। ਚਲੋ ਕਰ ਦੇਣ ਤਾਂ ਚੰਗੀ ਗੱਲ ਹੈ, ਕਿਸਾਨੀ ਦੇ ਹੱਕ ਦੇ ਵਿੱਚ ਗੱਲ ਹੋ ਜੂਗੀ, ਪਰ ਇਹਨੂੰ ਕਿਸ ਤਰੀਕੇ ਨਾਲ ਅਸੀਂ ਪ੍ਰੈਕਟੀਕਲ ਕਿਵੇਂ ਸੋਚ ਕੇ ਦੇਖੀਏ? ਦੇਖੋ, ਹੈ ਤਾਂ ਬਹੁਤੀ ਕਲੈਰਿਟੀ ਨਹੀਂ ਹੈਗੀ, ਮੈਂ ਵੀ ਕਹਿ ਦਵਾਂ ਕਿ ਇਹਦੇ 'ਚ ਬਹੁਤ, ਇਹ ਸੀਐਮ ਸਾਹਿਬ ਨੇ ਖੁਦ ਹਾਊਸ ਦੇ ਵਿੱਚ ਕਿਹਾ। ਤੁਸੀਂ ਵੀ ਮੰਨਦੇ ਹੋ ਕਿ ਕਲੈਰਿਟੀ ਹੈ ਨਹੀਂ ਗੀ ਸਾਨੂੰ? ਕਲੈਰਿਟੀ ਦੇਖੋ, ਕਲੈਰਿਟੀ ਕਿਵੇਂ ਹੋ ਸਕਦੀ ਆ? ਤੁਹਾਨੂੰ ਦੱਸਿਆ ਵੀ ਸੁਪਰੀਮ ਜਿਹੜਾ ਹੈਗਾ ਉਹ ਸਾਡੇ ਦੇਸ਼ ਦੀ ਪਾਰਲੀਮੈਂਟ ਹੈਗੀ ਆ। ਉਸ ਪਾਰਲੀਮੈਂਟ ਨੇ ਬੇਸਿਕਲੀ ਇੱਕ ਕਲੌਜ਼ ਨੂੰ ਯੂਜ਼ ਕਰਕੇ, ਰਾਦਰ ਯੂਜ਼ ਨਹੀਂ ਕਰਕੇ, ਮਿਸਯੂਜ਼ ਕਰਕੇ, ਤੇ ਜਿਹੜੇ ਇਹ ਖੇਤੀਬਾੜੀ ਦੇ ਬਿੱਲ ਜਿਹੜੇ ਹੈਗੇ ਆ 3 ਜਿਹੜੇ ਆ ਉਹ ਲੈ ਆਂਦੇ ਤਾਂ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਾਊਨ ਕੀਤਾ ਜਾ ਸਕੇ। ਉਹ ਲੈ ਤਾਂ ਆਂਦੇ ਹੈਗੇ ਆ, ਲੇਕਿਨ ਅਲਟੀਮੇਟਲੀ ਹੁਣ ਉਹਨੂੰ ਚੈਲੰਜ ਕਰਨ ਲਈ ਕੋਈ ਗਰਾਊਂਡ ਵੀ ਚਾਹੀਦੀ ਹੈ। ਉਸ ਗਰਾਊਂਡ ਲਈ ਅਸੀਂ ਵੀ ਆਰ ਰੈਡੀ ਕਿ ਹਾਂ ਵੀ ਇਹਨੂੰ ਚੈਲੰਜ ਕਰਨਾ ਹੈਗਾ, ਜਿਸ ਲੈਵਲ ਤੱਕ ਵੀ ਚੈਲੰਜ ਕਰਨਾ ਪਿਆ ਕਰਾਂਗੇ, ਡੈਫੀਨਿਟਲੀ ਕਰਾਂਗੇ। ਅੱਛਾ, ਤੁਹਾਡੇ ਮਿੱਤਰ ਦੀ ਅੱਜ ਕੱਲ ਬੜੀ ਚਰਚਾ ਹੋ ਰਹੀ ਹੈ, ਕਹਿੰਦੇ ਵੀ ਉਹਨਾਂ ਦਾ ਵੀ ਸੁਭਾਅ ਥੋੜਾ ਜਿਹਾ ਨਰਮ ਹੋਇਆ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਲਈ। ਕੀ ਗੱਲ ਹੋ ਗਈ, ਕੇਕ ਕੱਟਣ ਤੋਂ ਬਾਅਦ ਜ਼ਿਆਦਾ ਸਮੂਥ ਹੋ ਗਏ ਜਾਂ ਬਿੱਲ ਐਡਾ ਵਧੀਆ ਸੀਗਾ ਕਿ ਉਹਨਾਂ ਨੇ ਤਾਰੀਫਾਂ ਦੇ ਪੁੱਲ ਬੰਨੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਣਾ? ਇਹ ਤਾਂ ਯਾਰ ਉਹ ਕੋਈ ਦੱਸ ਸਕਦੇ, ਮੈਂ ਤਾਂ ਕੀ ਦੱਸ ਸਕਦਾ। ਦੋਸਤ ਤਾਂ ਮੇਰਾ ਹੈਗਾ, ਮੈਂ ਕਦੋਂ ਕਹਿੰਦਾ ਨਹੀਂ ਹੈਗਾ। ਤਾਂ ਕਹਿੰਦੇ ਵੀ ਦੋਸਤ ਦਿਲ ਦੀਆਂ ਜਾਣਦੇ ਹੁੰਦੇ ਆ, ਇਕੱਠੇ ਬੈਠੇ ਸੀਗੇ ਉੱਥੇ, ਤੁਸੀਂ ਇਕੱਠੇ ਪਿਛਲੇ ਪਾਸੇ? ਨਹੀਂ, ਗਏ ਵੀ ਇਕੱਠੇ ਸੀਗੇ, ਬੈਠੇ ਵੀ ਇਕੱਠੇ ਸੀਗੇ, ਬਟ ਉਹ ਦੱਸ ਸਕਦੇ ਇੰਡੀਵਿਜੂਅਲੀ, ਮੈਂ ਤਾਂ ਨਹੀਂ ਦੱਸ ਸਕਦਾ। ਅੱਛਾ, ਕਹਿੰਦੇ ਵੀ ਹੁਣ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਵਧੀਆ ਤੋਹਫਾ ਦੇਣਾ, ਕੇਕ ਤਾਂ ਕੱਟਤਾ ਹਰੀਸ਼ ਰਾਵਤ ਹੋਣਾ ਨੇ, ਕਹਿੰਦੇ ਕਿ ਵਧੀਆ ਇੱਕ ਤੋਹਫਾ ਦੇਵਾਂਗੇ। ਉਹ ਤੋਹਫਾ ਕਿਹੜਾ ਹੋ ਸਕਦਾ? ਦੇਖੋ, ਅਲਟੀਮੇਟਲੀ ਉਹ ਹਿੱਸਾ, ਜਿੰਨੀ ਕੁ ਗੱਲ ਸਮਝ ਆਉਂਦੀ ਮੈਨੂੰ ਵੀ ਇੰਨੀ ਕੁ ਗੱਲ ਸਮਝ ਆਉਂਦੀ, ਮੈਂ ਕਹਾਂ ਵੀ ਮੈਨੂੰ ਬਹੁਤ ਜ਼ਿਆਦਾ ਪਤਾ ਹੈਗਾ, ਮੈਨੂੰ ਇੰਨਾ ਨਹੀਂ ਪਤਾ ਹੈਗਾ, ਬਟ ਚੰਗਾ ਬੰਦਾ ਚੰਗੇ ਸਿਸਟਮ ਦਾ ਹਿੱਸਾ ਰਹਿਣਾ ਚਾਹੀਦਾ, ਕਿਉਂ ਨਹੀਂ ਰਹਿਣਾ ਚਾਹੀਦਾ? ਪ੍ਰਗਟ ਸਿੰਘ ਜੀ, ਪਹਿਲੇ ਦਿਨ ਜਦੋਂ ਸੈਸ਼ਨ ਦਾ ਪਹਿਲਾ ਦਿਨ ਸੀਗਾ, ਉਦੋਂ ਤੇ ਕਹਿੰਦੇ ਅੱਖਾਂ ਨਹੀਂ ਮਲਾਈਆਂ ਮੁੱਖ ਮੰਤਰੀ ਸਾਹਿਬ ਤੇ ਸਿੱਧੂ ਸਾਹਿਬ ਨੇ, ਤੇ ਅਗਲੇ ਦਿਨ ਬੜਾ ਨਰਮ ਹੋ ਗਏ। ਕੀ ਗੱਲ ਹੋ ਗਈ, ਇੰਨੇ ਇੱਕੋ ਰਾਤ ਦੇ ਵਿੱਚ ਐਡਾ ਪਲਟ ਕਿੱਦਾਂ ਹੋ ਗਿਆ ਕੰਮ, ਕਿ ਬੜਾ ਸਮੂਥ ਹੋ ਗਏ, ਮੁੜ ਕੇ ਤਾਂ ਵਾਹਵਾ ਕੀਤੀ ਉਹ ਬੜੀ ਉਹਨਾਂ ਨੇ? ਇਹ ਤਾਂ ਯਾਰ ਤੁਸੀਂ ਦੱਸ ਸਕਦੇ ਆ ਜਾਂ ਉਹ ਦੱਸ ਸਕਦਾ, ਮੈਂ ਤਾਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦਾ। ਸਾਡੇ ਤਾਂ ਇਹੀ ਮਨਸ਼ੇ ਕਹਿੰਦੇ ਨਾ ਕਿ ਸਾਨੂੰ ਲੱਗਦਾ ਕਿ ਸ਼ਾਇਦ ਤੁਹਾਡਾ ਮਨਸ਼ਾ ਤੁਸੀਂ ਸੋਚ ਸਕਦੇ ਆ ਨਾ, ਮੈਨੂੰ ਤਾਂ ਹੁਣ ਇਸ ਬਾਰੇ ਪਤਾ ਨਹੀਂ। ਹੁਣ ਜਾਂ ਉਹ ਦੱਸ ਸਕਦਾ, ਤੁਸੀਂ ਉਹਨੂੰ ਪੁੱਛ ਕੇ ਦੇਖ ਸਕਦੇ ਵੀ ਹਾਂ ਵੀ ਤੁਸੀਂ ਇਹ ਕਿਉਂ ਕੀਤਾ, ਮੈਂ ਤਾਂ ਨਹੀਂ ਕਹਿ ਸਕਦਾ। ਪ੍ਰਗਟ ਸਿੰਘ, ਕਿਸਾਨੀ ਮੁੱਦੇ ਨੂੰ ਲੈ ਕੇ ਕਿੱਥੋਂ ਤੱਕ ਜਾ ਸਕਦੇ ਆ? ਅਸਤੀਫੇ ਤਾਂ ਬਹੁਤ ਛੋਟੀ ਜੀ ਗੱਲ ਰਹਿ ਜਾਂਦੀ ਨੇ ਫਿਰ ਜਦੋਂ ਕਿਸਾਨੀ ਦੀ ਗੱਲ ਹੋ ਜਾਏ, ਕਿਉਂਕਿ ਤੁਸੀਂ ਵੀ ਕਿਸਾਨ ਪਰਿਵਾਰ ਚੋਂ ਹੀ ਹੋ, ਅਸੀਂ ਵੀ ਕਿਸਾਨ ਪਰਿਵਾਰ ਚੋਂ ਆ। ਕੀ ਕਿੱਥੇ ਤੱਕ ਸਟੈਂਡ ਲੈ ਸਕਦੇ ਹੋ ਤੁਸੀਂ, ਤੁਹਾਡੀ ਲੀਡਰਸ਼ਿਪ ਜਾਂ ਤੁਸੀਂ? ਦੇਖੋ, ਜੋਸ਼ ਤੇ ਹੋਸ਼ ਦਾ ਸੁਮੇਲ, ਦੇਖੋ ਦੁਨੀਆ ਦੇ ਉੱਤੇ ਜਿੱਥੇ ਵੀ ਜੋਸ਼ ਤੇ ਹੋਸ਼ ਦਾ ਸੁਮੇਲ ਹੋਵੇ ਨਾ, ਉੱਥੇ ਤੱਕ ਸਾਨੂੰ ਲੜਨਾ ਚਾਹੀਦਾ। ਕਿਉਂਕਿ ਹੁੰਦਾ ਕੀ ਆ, ਕਈ ਵਾਰੀ ਚਾਹੇ ਛੁਰੀ ਖਰਬੂਜੇ ਤੇ ਡਿੱਗ ਪਵੇ, ਚਾਹੇ ਖਰਬੂਜਾ ਛੁਰੀ ਤੇ ਡਿੱਗ ਪਵੇ, ਕਈ ਵਾਰੀ ਨਹੀਂ ਕੱਟਿਆ ਖਰਬੂਜਾ ਹੀ ਜਾਂਦਾ। ਸਾਨੂੰ ਉਹਦਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ, ਲੇਕਿਨ ਸਾਨੂੰ ਉੱਥੇ ਤੱਕ ਲੜਨਾ ਵੀ ਚਾਹੀਦਾ ਜਿੱਥੋਂ ਤੱਕ ਸਾਡੀ ਬੇਸਿਕਲੀ ਕੈਪੈਸਿਟੀ ਹੋਵੇ ਵੀ ਹਾਂ ਵੀ ਅਸੀਂ ਇਸ ਕੈਪੈਸਿਟੀ ਦੇ ਵਿੱਚ ਲੜਨਾ, ਔਰ ਪੰਜਾਬੀ ਹਮੇਸ਼ਾ ਲੜਦਾ ਆਇਆ। ਧੰਨਵਾਦ ਸਰ, ਗੱਲਬਾਤ ਕਰਨ ਲਈ। ਸੋ ਇਹਨੇ ਪ੍ਰਗਟ ਸਿੰਘ ਹਮੇਸ਼ਾ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਰਹੇ ਨੇ। ਅੱਜ ਵੀ ਇਹਨਾਂ ਦੀ ਇਹੀ ਕਹਿਣ ਦਾ ਮਤਲਬ ਹੈ ਕਿ ਜਿਹੜੇ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ, ਸਾਨੂੰ ਵੀ ਵਿਜ਼ਨ ਉਹਦਾ ਅਜੇ ਕਲੀਅਰ ਨਹੀਂਗਾ। ਜੇ ਕਲੀਅਰ ਹੁੰਦਾ ਤਾਂ ਇਹਨਾਂ ਚੀਜ਼ਾਂ ਦਾ ਜਵਾਬ ਜ਼ਰੂਰ ਦਿੰਦੇ, ਗੋਲਮੋਲ ਜਵਾਬ ਦਿੱਤਾ। ਪਰ ਇਸ ਚੀਜ਼ ਨੂੰ ਲੈ ਕੇ ਪੰਜਾਬ ਦੀ ਸਿਆਸਤ ਤਾਂ ਜ਼ਰੂਰ ਭਖੀ ਹੋਈ ਹੈ, ਕਿਉਂਕਿ ਇਧਰੋਂ ਬਿੱਲ ਤਾਂ ਪਾਸ ਕਰ ਦਿੱਤੇ ਵਿਧਾਨ ਸਭਾ ਦੇ ਵਿੱਚ, ਪਰ ਰਾਜਪਾਲ ਦੇ ਸਾਈਨ ਹੋਣੇ ਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣੇ ਆ, ਤਾਂ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਹੀ ਇਹ ਕਾਨੂੰਨ ਲਾਗੂ ਹੋਊਗਾ। ਨਹੀਂ ਤਾਂ ਅੰਦਾਜ਼ੇ ਸਹੀ ਸਾਬਤ ਹੋ ਸਕਦੇ ਹੈ ਕਿ ਇਹ ਸਿਰਫ ਤੇ ਸਿਰਫ ਸਿਆਸੀ ਸਟੰਟ ਹੈ, ਬਲਕਿ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।